Question 14 to 22 ਕੰਪਲੀਟ ਦੀ ਸਮਰੀ ਦੇ ਵਿੱਚ ਬੇਸਿਕਲੀ ਮਿਲਦਾ ਜੁਲਦਾ ਵਰਡ ਹੀ ਸੈੱਟ ਹੁੰਦਾ, ਸੈਂਸ ਬਣਾਉਣੀ ਹੁੰਦੀ ਹੈ ਬਸ ਸੈਂਟੈਂਸਸ ਦੀ। 14 and 15 research carried out by scientists in the United States has shown that proportion of people over 65 suffering from most common age-related medical problem is dash and that the speed of this change is dash। ਰਿਸਰਚ ਕੈਰਿਡ ਆਊਟ ਕੀਤੀ ਗਈ ਹੈ ਸਾਇੰਟਿਸਟ ਦੁਆਰਾ ਯੂਨਾਈਟਿਡ ਸਟੇਟਸ ਦੇ ਵਿੱਚ। ਉਹ ਸ਼ੋਅ ਕਰਦਾ ਕਿ 65 ਸਾਲ ਤੋਂ ਉੱਪਰ ਜਿਹੜੇ ਲੋਕ ਨੇ ਉਹਨਾਂ ਦਾ ਪ੍ਰਪੋਰਸ਼ਨ ਆ ਜਿਹੜੀਆਂ ਮੋਸਟ ਕਾਮਨ ਏਜ ਰਿਲੇਟਡ ਮੈਡੀਕਲ ਪ੍ਰੋਬਲਮਸ ਨੇ ਉਹ ਕੀ ਹੋ ਰਹੀਆਂ ਨੇ, ਅਤੇ ਇਸ ਹੋਣ ਦੀ ਜਿਹੜੀ ਸਪੀਡ ਆ ਚੇਂਜ ਦੀ ਉਹ ਕੀ ਆ। ਇਸ ਦਾ ਰੈਫਰੈਂਸ ਸੈਕਿੰਡ ਪੈਰਾਗ੍ਰਾਫ ਦੀ ਲਾਈਨ ਰਿਸਰਚਰਸ ਨਾਓ ਐਨਾਲਾਈਜ਼ਿੰਗ ਦੀ ਰਿਜ਼ਲਟ ਆਫ ਦੀ ਡਾਟਾ ਗੈਦਰਡ ਇਨ 1994 ਸੀਜ਼ arthritis, high blood pressure and circulation problem the major medical complaint in this age group। ਇੱਥੋਂ ਪਤਾ ਲੱਗਦਾ ਕਿ ਆਹ ਜਿਹੜੀਆਂ ਸਮੱਸਿਆਵਾਂ ਸੀ, ਪ੍ਰੋਬਲਮ ਸੀ, ਏਜ ਰਿਲੇਟਡ ਸੀ। ਆਰ ਟਰੈਵਲਿੰਗ ਏ ਸਮਾਲਰ ਪ੍ਰਪੋਰਸ਼ਨ ਐਵਰੀ ਈਅਰ, ਅਤੇ ਇਹ ਜਿਹੜੀਆਂ ਏਜ ਰਿਲੇਟਡ ਬਿਮਾਰੀਆਂ ਨੇ ਇਹ ਹੁਣ ਘੱਟ ਪ੍ਰਪੋਰਸ਼ਨ ਨੂੰ ਹਰ ਸਾਲ ਟਰੈਵਲ ਕਰ ਰਹੀ ਹੈ। ਅਤੇ ਡਾਟਾ ਇਹ ਵੀ ਕਨਫਰਮ ਕਰਦਾ that the rate at which these diseases are declining continues to accelerate। ਪਹਿਲਾਂ ਜਿੱਥੋਂ ਪਤਾ ਲੱਗਦਾ ਕਿ ਆ ਜਿਹੜੀਆਂ ਏਜ ਰਿਲੇਟਡ ਪ੍ਰੋਬਲਮਸ ਨੇ ਇਹ ਹੁਣ ਘੱਟ ਤੋਂ ਘੱਟ ਪ੍ਰਪੋਰਸ਼ਨ ਨੂੰ ਹਰ ਸਾਲ ਲੋਕਾਂ ਨੂੰ ਇਫੈਕਟ ਕਰ ਰਹੀ ਆ, ਤਾਂ 14ਵੇਂ ਦੇ ਵਿੱਚ ਆ ਜਾਊਗਾ ਬੀ, ਮੋਸਟ ਕਾਮਨ ਏਜ ਰਿਲੇਟਡ ਪ੍ਰੋਬਲਮਸ ਨੇ ਜਿਹੜੀਆਂ ਉਹ ਘੱਟ ਰਹੀਆਂ ਨੇ, ਡਿਕਲਾਈਨ ਹੋ ਰਹੀਆਂ ਨੇ, ਅਤੇ ਇਸ ਦੀ ਜਿਹੜੀ ਸਪੀਡ ਹੈ ਇਸ ਚੇਂਜ ਦੀ ਘੱਟ ਹੋਣ ਦੀ ਉਹ ਕੀ ਆ। The data confirms that the rate at which these diseases are declining continues to accelerate। ਕਿ ਇਹਦਾ ਜਿਹੜਾ ਡਿਕਲਾਈਨ ਆ ਉਹ ਵੱਧਦਾ ਹੀ ਜਾਊਗਾ, ਇਹਦੀ ਗਿਰਾਵਟ ਵੱਧਦੀ ਹੀ ਜਾਊਗੀ। ਸੋ 15ਵੇਂ ਦੇ ਵਿੱਚ ਆ ਜਾਊਗਾ ਆਈ, ਇਨਕਰੀਜ਼ਿੰਗ। ਆਹ ਜਿਹੜੀ ਚੇਂਜ ਆ ਇਹ ਵੀ ਇਨਕਰੀਜ਼ ਹੋ ਰਹੀ ਆ। ਨੈਕਸਟ 16ਵਾਂ It also seems that these diseases are affecting people dash in life then they did in the past। ਇਹ ਵੀ ਪਤਾ ਲੱਗਦਾ ਕਿ ਆਹ ਜਿਹੜੀਆਂ ਡਿਸੀਜ਼ਿਸ ਨੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਕਦੋਂ ਇਫੈਕਟ ਕਰਦੀਆਂ ਨੇ ਐਜ਼ ਕੰਪੇਅਰ ਟੂ ਪਾਸਟ। ਨੈਕਸਟ ਪੈਰਾਗ੍ਰਾਫ ਦੀ ਲਾਈਨ ਹੀ ਸੇਜ਼ ਦੀ ਪ੍ਰੋਬਲਮਸ ਡਾਕਟਰ ਐਕਸੈਪਟਡ ਐਜ਼ ਨਾਰਮਲ ਇਨ 65 years old in 1982 are often not appearing until people are 70 or 75। ਡਾਕਟਰਸ ਨੇ ਇਹ ਵੀ ਐਕਸੈਪਟ ਕੀਤਾ ਕਿ ਜਿਹੜੀਆਂ ਪ੍ਰੋਬਲਮਸ ਨਾਰਮਲ ਸੀ 65 ਸਾਲ ਦੀ ਉਮਰ ਦੇ ਵਿੱਚ 1982 ਦੌਰਾਨ ਉਦੋਂ ਤੱਕ ਨਹੀਂ ਅਪੀਅਰ ਹੋ ਰਹੀਆਂ ਜਦੋਂ ਤੱਕ ਲੋਕਾਂ ਦੀ ਜਿਹੜੀ ਉਮਰ ਆ ਉਹ 70 ਤੋਂ 75 ਨਹੀਂ ਹੋ ਜਾਂਦੀ। 1982 ਦੇ ਐਜ਼ ਕੰਪੇਅਰ ਟੂ ਜਿਹੜੀਆਂ ਬਿਮਾਰੀਆਂ ਨੇ ਲੋਕਾਂ ਨੂੰ ਜ਼ਿੰਦਗੀ ਦੇ ਵਿੱਚ ਲੇਟਰ ਆ ਰਹੀਆਂ ਨੇ। ਲੇਟਰ ਕਿਵੇਂ? ਪਹਿਲਾਂ ਜਿਹੜੀਆਂ ਪ੍ਰੋਬਲਮ 1982 ਦੇ ਵਿੱਚ 65 ਸਾਲ ਦੇ ਬੰਦੇ ਨੂੰ ਆਉਂਦੀਆਂ ਹੁੰਦੀਆਂ ਸੀ ਉਹ ਅੱਜ 70 ਤੋਂ 75 ਵਾਲੇ ਵੱਲ ਆਉਂਦੀਆਂ ਨੇ। ਆਰ ਅਫੈਕਟਿੰਗ ਪੀਪਲ ਲੇਟਰ ਇਨ ਲਾਈਫ than they did in the past। 17ਵਾਂ this is largely due to developments in dash। ਇਹ ਜਿਹੜੀ ਗਿਰਾਵਟ ਆਈ ਆ ਕਿ ਲੋਕਾਂ ਨੂੰ ਜਿਹੜੀਆਂ ਬਿਮਾਰੀਆਂ ਨੇ 65 ਸਾਲ ਦੀ ਉਮਰ ਦੇ ਵਿੱਚ ਨਹੀਂ ਲੱਗ ਰਹੀਆਂ, 70-75 ਦੇ ਵਿੱਚ ਆ ਰਹੀ ਆ, ਇਹ ਕਿਸ ਚੀਜ਼ ਦੀ ਡਿਵੈਲਪਮੈਂਟ ਕਰਕੇ ਆ। ਇਹਦੇ ਨਾਲ ਇੱਕ ਅਦਰ ਫੈਕਟਰ ਵੀ ਆ ਜਿਹੜਾ ਕਿ ਇੰਪਰੂਵ ਹੋਇਆ, ਉਹ ਵੀ ਇਹਦੇ ਨਾਲ ਇੱਕ ਪਾਰਟ ਅਦਾ ਕਰਦਾ। Clearly certain diseases are beating a retreat in the face of medical advances। ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਪਿੱਛੇ ਹਟ ਰਹੀਆਂ ਨੇ ਸਿਰਫ ਮੈਡੀਕਲ ਐਡਵਾਂਸਿਸ ਕਰਕੇ। ਮੈਡੀਕਲ ਦੇ ਵਿੱਚ ਜਿਹੜੀ ਐਡਵਾਂਸਮੈਂਟ ਆਈ ਹੈ ਉਹਦੇ ਕਰਕੇ ਬਿਮਾਰੀਆਂ ਨੇ ਘੱਟ ਲੱਗ ਰਹੀਆਂ ਨੇ ਲੋਕਾਂ ਨੂੰ। ਸੋ 17ਵੇਂ ਦੇ ਵਿੱਚ ਆ ਜਾਊਗਾ ਐਮ ਮੈਡੀਸਿਨ। ਇਹਦੇ ਨਾਲ ਇੱਕ ਅਦਰ ਫੈਕਟਰ ਵੀ ਸੀ ਬਟ ਦੇਅਰ ਮੇ ਵੀ ਅਦਰ ਕੰਟਰੀਬਿਊਟਿੰਗ ਫੈਕਟਰਸ, ਹੋਰ ਕੰਟਰੀਬਿਊਟਿੰਗ ਫੈਕਟਰ ਹੋ ਸਕਦੇ ਨੇ। Improvements in childhood nutrition in the first quarter of the 20th century, for example, gave today's elderly people a better start in life than their predecessors। ਕਿ 20ਵੀਂ ਸੈਂਚੁਰੀ ਦੇ ਜਿਹੜੇ ਫਸਟ ਕੁਆਟਰ ਦੇ ਵਿੱਚ ਚਾਈਲਡਹੁੱਡ ਨਿਊਟ੍ਰੀਸ਼ਨ ਦੇ ਵਿੱਚ ਇੰਪਰੂਵਮੈਂਟ ਹੋਈ ਆ, ਜਵਾਕਾਂ ਦੇ ਪਾਲਣ ਪੋਸ਼ਣ ਦੇ ਵਿੱਚ, ਨਿਊਟ੍ਰੀਸ਼ਨ ਦੇ ਵਿੱਚ ਜਿਹੜੀ ਇੰਪਰੂਵਮੈਂਟ ਹੋਈ ਆ, ਉਹਨੇ ਅੱਜ ਦੇ ਐਲਡਰਲੀ ਲੋਕਾਂ ਦੇ ਲਈ ਇੱਕ ਵਧੀਆ ਸਟਾਰਟ ਕੀਤਾ ਦੀ ਉਹਨਾਂ ਦੇ ਪੂਰਵਜਾਂ ਨਾਲੋਂ। ਸੋ ਇੱਥੋਂ 18ਵੇਂ ਦੇ ਵਿੱਚ ਜੇ ਨਿਊਟ੍ਰੀਸ਼ਨ, ਇਹ ਵੀ ਇੱਕ ਪਾਰਟ ਅਦਾ ਕਰਦੀ ਆ। ਨੈਕਸਟ 19ਵਾਂ increases in some other illnesses may be due to changes in personal habits and to dash।
ਪਰ ਫਿਰ ਵੀ ਜਿਹੜੇ ਇਨਕਰੀਜ਼ਿਸ ਆ ਰਹੇ ਨੇ ਬਾਕੀ ਇਲਨੈਸਿਸ ਦੇ ਵਿੱਚ, ਉਹ ਇੱਕ ਤਾਂ ਚੇਂਜ ਆ ਲੋਕਾਂ ਦੀ ਪਰਸਨਲ ਹੈਬਿਟਸ ਦੇ ਵਿੱਚ, ਅਤੇ ਇੱਕ ਹੋਰ ਕਾਹਦੇ ਕਰਕੇ ਆ। On the downside, the data also reveals failures in public health that have caused surges in some illnesses. ਪਰ ਇਸ ਦੀ ਡਾਊਨਸਾਈਡ ਦੇ ਵਿੱਚ ਡਾਟਾ ਇਹ ਵੀ ਰਿਵੀਲ ਕਰਦਾ ਕਿ ਪਬਲਿਕ ਹੈਲਥ ਦੇ ਵਿੱਚ ਕੁਝ ਫੇਲੀਅਰ ਨੇ ਜਿਨ੍ਹਾਂ ਨੇ ਕੁਝ ਇਲਨੈਸਿਸ ਨੂੰ ਵਧਾ ਵੀ ਦਿੱਤਾ, ਜਿਵੇਂ ਕਿ ਐਨ ਇਨਕਰੀਜ਼ ਇਨ ਸਮ ਕੈਂਸਰਸ। ਕੁਝ ਕੁ ਕੈਂਸਰ ਵਰਗੀਆਂ ਬਿਮਾਰੀਆਂ ਦੇ ਵਿੱਚ ਜਿਹੜਾ ਇਨਕਰੀਜ਼ ਆਇਆ ਮੇ ਰਿਫਲੈਕਟ ਚੇਂਜਿੰਗ ਸਮੋਕਿੰਗ ਹੈਬਿਟਸ। ਇਹ ਰਿਫਲੈਕਟ ਕਰਦਾ ਕਿ ਲੋਕਾਂ ਦੀਆਂ ਸਮੋਕਿੰਗ ਹੈਬਿਟਸ ਦੇ ਵਿੱਚ ਚੇਂਜ ਆਇਆ। ਜੋ ਵੀ ਸਮੋਕਿੰਗ ਹੈਬਿਟਸ ਲੋਕਾਂ ਦੀ ਪਰਸਨਲ ਹੈਬਿਟ ਹੀ ਆ, ਸੋ ਇੱਥੇ ਪਰਸਨਲ ਹੈਬਿਟ ਆ ਗਿਆ। ਐਂਡ ਪੂਅਰ ਏਅਰ ਕੁਆਲਿਟੀ, ਅਤੇ ਜਿਹੜੀ ਏਅਰ ਕੁਆਲਿਟੀ ਆ ਉਹ ਵੀ ਪੂਅਰ ਆ, ਇਹ ਵੀ ਰਿਸਰਚਰਸ ਨੇ ਕਿਹਾ। These may be subtle influences, says Manton, but our subject have been exposed to worse or worse pollution for over 60 years. ਕਿ 60 ਸਾਲਾਂ ਦੇ ਦੌਰਾਨ ਜਿਹੜੇ ਸਾਡੇ ਸਬਜੈਕਟ ਜਿਨ੍ਹਾਂ 'ਤੇ ਉਹਨਾਂ ਨੇ ਇਹ ਸਰਵੇ ਕੀਤਾ, ਉਹ ਬੁਰੇ ਤੋਂ ਬੁਰੇ ਪੋਲਿਊਸ਼ਨ ਦੇ ਵਿੱਚ ਆਏ ਨੇ, ਉਸਦੇ ਘੇਰੇ ਵਿੱਚ ਆਏ ਨੇ। ਅਤੇ ਇਹ ਸਰਪ੍ਰਾਈਜ਼ਿੰਗ ਨਹੀਂ ਹੈਗਾ ਕਿ ਇਹਦੇ ਕੁਝ ਇਫੈਕਟ ਨੇ ਆਪਣੇ ਕੋਲ। ਇੱਥੇ ਇਹਨਾਂ ਨੇ ਪੂਰ ਏਅਰ ਕੁਆਲਿਟੀ ਦੀ ਗੱਲ ਕੀਤੀ ਹੈ, ਅਤੇ ਇੱਕ ਪੋਲਿਊਸ਼ਨ ਆ, ਸੋਨੀ ਮੇਰੇ ਵਿੱਚ ਐਨ। ਇੱਕ ਚੇਂਜਿੰਗ ਸਮੋਕਿੰਗ ਹੈਬਿਟਸ, ਇੱਥੇ ਆ ਗਿਆ ਪਰਸਨਲ ਹੈਬਿਟ, ਅਤੇ ਪੂਅਰ ਏਅਰ ਕੁਆਲਿਟੀ, ਅਤੇ ਇਹਦੇ ਨਾਲ ਸੀ ਆਪਣੇ ਕੋਲ ਪੋਲਿਊਸ਼ਨ। ਨੈਕਸਟ 20, ਦੀ ਰਿਸਰਚ ਐਸਟੈਬਲਿਸ਼ਿਜ਼ ਏ ਲਿੰਕ ਬਿਟਵੀਨ ਲੈਵਲ ਆਫ ਡੈਸ਼ ਐਂਡ ਲਾਈਫ ਐਕਸਪੈਕਟੈਂਸੀ। ਜਿਹੜੀ ਰਿਸਰਚ ਆ ਉਹ ਇੱਕ ਲਿੰਕ ਜੋੜਦੀ ਆ ਲਾਈਫ ਐਕਸਪੈਕਟੈਂਸੀ ਦੇ ਵਿੱਚ ਜਿਹੜੀ ਕਿ ਦਿੱਤੀ ਹੋਈ ਆ, ਅਤੇ ਇੱਕ ਹੋਰ ਕੀ ਆ ਜਿਹੜੀ ਆਪਾਂ ਨੇ 20ਵੇਂ ਦੇ ਵਿੱਚ ਫਿਲ ਕਰਨੀ ਆ, ਕਿ ਇਹਨਾਂ ਦੋਹਾਂ ਦੇ ਵਿੱਚ ਲਿੰਕ ਆ ਲਾਈਫ ਐਕਸਪੈਕਟੈਂਸੀ ਅਤੇ ਇੱਕ ਹੋਰ ਕਿਸ ਚੀਜ਼ ਦਾ ਲੈਵਲ ਆ। ਅਤੇ ਨੈਕਸਟ ਲਾਈਨਸ ਦੇ ਵਿੱਚ ਇਹਦਾ ਆਨਸਰ ਆ ਵਨ ਇੰਟਰਸਟਿੰਗ ਕੋਰਿਲੇਸ਼ਨ। ਇੱਥੇ ਕੋਰਿਲੇਸ਼ਨ ਕਿਹਾ, ਇੱਥੇ ਇਹਨਾਂ ਨੇ ਕਿਹਾ ਲਿੰਕ। ਮੈਂਟਨ ਨੇ ਇੱਕ ਵਨ ਇੰਟਰਸਟਿੰਗ ਕੋਰਿਲੇਸ਼ਨ ਅਨਕਵਰ ਕੀਤਾ ਸੀ, ਇਜ਼ ਦੈਟ ਬੈਟਰ ਐਜੂਕੇਟਡ ਪੀਪਲ ਆਰ ਲਾਈਕਲੀ ਟੂ ਲਿਵ ਲੋਂਗਰ। ਕਿ ਜਿਹੜੇ ਪੜ੍ਹੇ ਲਿਖੇ ਲੋਕ ਨੇ ਜਾਂ ਵੈਲ ਐਜੂਕੇਟਡ ਲੋਕ ਨੇ ਉਹ ਲੰਬਾ ਸਮਾਂ ਤੱਕ ਜਿਉਂਦੇ ਰਹਿੰਦੇ ਨੇ। ਇੱਥੇ ਉਹਨਾਂ ਨੇ ਲਾਈਕਲੀ ਟੂ ਲਿਵ ਲੋਂਗਰ ਕਹਿ ਤਾ, ਅਤੇ ਇੱਥੇ ਲਾਈਫ ਐਕਸਪੈਕਟੈਂਸੀ ਕਹਿ ਤਾ, ਅਤੇ ਲੈਵਲ ਆਫ ਡੈਸ਼ ਕਹਿ ਤਾ, ਅਤੇ ਇੱਥੇ ਇਹਨਾਂ ਨੇ ਐਜੂਕੇਟਡ ਪੀਪਲ ਕਹਿ ਤਾ। ਇਸ ਚੀਜ਼ ਨੂੰ ਹੋਰ ਥੋੜ੍ਹਾ ਜਿਹਾ ਸਮਝਣ ਦੇ ਲਈ ਨੈਕਸਟ ਪੜ੍ਹ ਲੈਂਦੇ ਹਾਂ ਕਿ ਉਹਨਾਂ ਨੇ ਐਜੂਕੇਸ਼ਨ ਨੂੰ ਕਿਵੇਂ ਕਿਹਾ, ਐਜੂਕੇਸ਼ਨ ਦੇ ਲੈਵਲ ਨੂੰ ਕਿਵੇਂ ਕਿਹਾ। ਫੋਰ ਐਗਜ਼ਾਮਪਲ 25-year-old women with fewer than 8 years of schooling are expected on average to live to 82. ਐਗਜ਼ਾਮਪਲ ਦੇ ਤੌਰ 'ਤੇ 65 ਸਾਲ ਦੀ ਔਰਤ ਆ, ਜੇ ਉਹਨੇ 8 ਸਾਲ ਦਾ ਸਕੂਲ ਪੜ੍ਹਿਆ ਤਾਂ ਔਨ ਐਵਰੇਜ ਉਹ 82 ਸਾਲ ਦੀ ਉਮਰ ਤੱਕ ਜਿਉਂਦੀ ਰਹੂਗੀ। ਦੋਜ਼ ਹੂ ਕੰਟੀਨਿਊਡ ਦੇਅਰ ਐਜੂਕੇਸ਼ਨ ਲਿਵ ਐਨ ਐਕਸਟਰਾ 7 years, ਅਤੇ 65 ਸਾਲ ਦੀ ਨੇ ਜਿੱਥੇ ਉਹਨੇ 8 ਸਾਲ ਦੀ ਸਕੂਲਿੰਗ ਕੀਤੀ ਆ ਤਾਂ ਉਹ 82 ਤੱਕ ਰਹੂਗੀ। ਅਤੇ ਜੇ ਕੋਈ ਬੰਦਾ ਉਸ ਚੀਜ਼ ਨੂੰ ਕੰਟੀਨਿਊ ਰੱਖਦਾ, ਆਪਦੀ ਐਜੂਕੇਸ਼ਨ ਨੂੰ ਕੰਟੀਨਿਊ ਰੱਖਦਾ, ਤਾਂ ਉਹ ਆਪਦੀ ਜ਼ਿੰਦਗੀ ਦੇ ਵਿੱਚ 7 ਸਾਲ ਐਕਸਟਰਾ ਜੋੜ ਦਿੰਦਾ। Although some of this can be attributed to a higher income, Manton believes it is mainly because the educated people seek more medical attention. ਇਹ ਕਹਿੰਦੇ ਨੇ ਕਿ ਕੁਝ ਕੁ ਚੀਜ਼ਾਂ ਨੂੰ ਆਪਾਂ ਹਾਇਰ ਇਨਕਮ ਦੇ ਨਾਲ ਵੀ ਜੋੜਦੇ ਨੇ, ਪਰ ਮੈਂਟਨ ਨੇ ਇਹ ਬਿਲੀਵ ਕੀਤਾ ਕਿ ਜਿਹੜੇ ਐਜੂਕੇਟਡ ਲੋਕ ਹੁੰਦੇ ਨੇ ਉਹ ਜ਼ਿਆਦਾ ਮੈਡੀਕਲ ਅਟੈਂਸ਼ਨ ਨੂੰ ਸੀਕ ਕਰਦੇ ਨੇ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਉਹ ਪੜ੍ਹੇ ਲਿਖੇ ਹੁੰਦੇ ਨੇ, ਤਾਂ ਉਹਨਾਂ ਨੂੰ ਥੋੜ੍ਹੀ ਜਿਹੀ ਇਸ ਚੀਜ਼ ਵੱਲ ਧਿਆਨ ਜ਼ਿਆਦਾ ਜਾਂਦਾ ਕਿ ਸਾਨੂੰ ਡਾਕਟਰ ਨੂੰ ਦਿਖਾਉਣਾ ਚਾਹੀਦਾ, ਕਿ ਸਾਨੂੰ ਆਹ ਪ੍ਰੋਬਲਮ ਆ ਰਹੀ ਆ। ਸੋ ਇੱਥੋਂ ਉਹਨੇ ਲਿੰਕ ਕੀਤਾ ਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਜਾਂ ਜਿੰਨੀ ਉਹਨਾਂ ਦੀ ਲੈਵਲ ਆਫ ਐਜੂਕੇਸ਼ਨ ਹੋਊਗੀ ਉਹਦੀ ਲਾਈਫ ਐਕਸਪੈਕਟੈਂਸੀ ਦੇ ਨਾਲ ਕੋਈ ਲਿੰਕ ਹੈਗਾ। ਉਹ ਆਪਾਂ ਨੇ ਕੀਤਾ। 8 ਸਾਲ ਦੀ ਸਕੂਲਿੰਗ ਵਾਲੀ ਦੀ ਐਵਰੇਜ ਆ 82 ਸਾਲ, ਅਤੇ ਜੇ ਕਿਸੇ ਨੇ 8 ਸਾਲ ਤੋਂ ਵੱਧ ਸਕੂਲਿੰਗ ਕੀਤੀ ਆ ਪੜ੍ਹਾਈ ਲਿਖਾਈ ਤਾਂ ਉਹ ਆਪਦੀ ਉਮਰ ਦੇ ਵਿੱਚ 7 ਸਾਲ ਹੋਰ ਜਿਉਂਦੀ ਰਹੂ। ਨੈਕਸਟ 21 to 22, It also shows that there has been a considerable reduction in the number of elderly people who are dash. ਇਸ ਨੇ ਇਹ ਵੀ ਸ਼ੋਅ ਕੀਤਾ ਕਿ ਕੰਸੀਡਰੇਬਲ ਰਿਡਕਸ਼ਨ ਆਈ ਆ, ਗਿਰਾਵਟ ਆਈ ਆ ਉਹਨਾਂ ਲੋਕਾਂ ਦੇ ਨੰਬਰ, ਉਹਨਾਂ ਬੁੜੇ ਲੋਕਾਂ ਦੇ ਨੰਬਰ ਦੇ ਵਿੱਚ ਜਿਹੜੇ ਕਿ ਕੀ ਨੇ, ਅਤੇ ਵਿਚ ਮੀਨਸ ਦੈਟ ਦੀ ਡੈਸ਼ ਇਨਵੋਲਵਡ ਇਨ ਸਪੋਰਟਿੰਗ ਦਿਸ ਸੈਕਸ਼ਨ ਆਫ ਪਾਪੂਲੇਸ਼ਨ ਮੇ ਬੀ ਲੈਸ ਦੈਨ ਪ੍ਰੀਵੀਅਸਲੀ ਪ੍ਰੈਡਿਕਟਡ। ਇਹ ਰਿਸਰਚ ਸ਼ੋਅ ਕਰਦੀ ਹੈ
ਕਿ ਉਹਨਾਂ ਐਲਡਰਲੀ ਲੋਕਾਂ ਦੇ ਨੰਬਰ ਦੇ ਵਿੱਚ ਗਿਰਾਵਟ ਆਈ ਹੈ, ਜਿਹੜੇ ਕਿ ਆਪਾਂ ਨੇ 21ਵੇਂ ਦੇ ਵਿੱਚ ਦੱਸਣੇ ਨੇ, ਜਿਹੜੇ ਕੀ ਨੇ। ਇਹਦਾ ਮਤਲਬ ਇਹ ਆ ਕਿ ਇਸ ਗਰੁੱਪ ਦੇ ਲੋਕਾਂ ਦੇ ਲਈ ਸਪੋਰਟ ਸੀ ਜਿਹੜੀ ਉਹ ਘੱਟ ਹੋਊਗੀ ਪ੍ਰੈਡਿਕਟਡ ਕੀਤੀ ਨਾਲੋਂ, ਅਨੁਮਾਨ ਲਾਏ ਗਏ ਨਾਲੋਂ। ਅਤੇ ਨੈਕਸਟ ਪੈਰਾਗ੍ਰਾਫ ਦੇ ਵਿੱਚ ਇਹਦਾ ਆਨਸਰ ਆ, The survey also assessed how independent people over 65 were and again found a striking trend। ਅਤੇ ਸਰਵੇ ਨੇ ਨਾ ਅਸੈਸ ਕੀਤੀ ਜਿਹੜੇ ਇੰਡੀਪੈਂਡੈਂਟ ਲੋਕ ਸੀ 65 ਸਾਲ ਤੋਂ ਉੱਤੇ, ਉਹਨਾਂ ਨੂੰ ਇੱਕ ਹੋਰ ਚੀਜ਼ ਪਤਾ ਲੱਗੀ। Almost 80% of those in 1994 survey could complete everyday activity ranging from eating and dressing unaided to complex tasks such as cooking and managing their finances। 80% ਸੀ ਜਿਹੜੇ ਇਹਨਾਂ ਦੇ 1994 ਦੇ ਸਰਵੇ ਦੇ ਵਿੱਚ ਜਿਹੜੇ ਕੰਪਲੀਟ ਕਰਦੇ ਸੀ ਆਪਦੀ ਐਵਰੀਡੇ ਐਕਟੀਵਿਟੀ, ਖਾਣਾ, ਡਰੈਸ ਕਰਨਾ। ਇਹਦੇ ਵਿੱਚ ਕੰਪਲੈਕਸ ਟਾਸਕ ਵੀ ਸੀ, ਜਿਵੇਂ ਕੁਕਿੰਗ ਹੋ ਗਿਆ ਜਾਂ ਆਪਦੇ ਫਾਈਨਾਂਸ ਨੂੰ ਮੈਨੇਜ ਕਰਨਾ। That represents a significant drop in the number of disabled old people in the population। ਉਹਨਾਂ ਨੂੰ ਇਹ ਪਤਾ ਲੱਗਿਆ ਸੀ ਕਿ ਇੱਕ ਸਿਗਨੀਫਿਕੈਂਟ ਡਰੋਪ ਆਇਆ ਸੀ ਉਹ ਬੁੜੇ ਲੋਕਾਂ ਦੇ ਵਿੱਚ, ਉਹ ਬੁੜੇ ਲੋਕਾਂ ਦੀ ਪਾਪੂਲੇਸ਼ਨ ਦੇ ਵਿੱਚ ਜਿਹੜੇ ਕਿ ਡਿਸੇਬਲਡ ਸੀ, ਹੈਂਡੀਕੈਪਡ ਸੀ ਜਾਂ ਅਪਾਹਜ ਸੀ। ਇਸ ਨੇ ਇਹ ਸਿਗਨੀਫਿਕੈਂਟ ਡਰੋਪ ਨੂੰ ਰੀਪ੍ਰਜੈਂਟ ਕੀਤਾ ਸੀ। ਅਤੇ 21ਵੇਂ ਦੇ ਵਿੱਚ ਆ ਜੂਗਾ ਉਹਨਾਂ ਬੁੜੇ ਲੋਕਾਂ ਦੇ ਨੰਬਰ ਦੇ ਵਿੱਚ ਰਿਡਕਸ਼ਨ ਆਈ ਸੀ ਜਿਹੜੇ ਕਿ ਡਿਸੇਬਲਡ ਸੀ। ਤਾਂ ਇਹਦਾ ਆਨਸਰ ਆ ਜੂਗਾ ਜੀ, ਡਿਸੇਬਲਡ। ਅਤੇ ਇਹਦਾ ਮਤਲਬ ਇਹ ਸੀ, if the trend apparent in United States 14 years ago had continued, research calculate there would be an additional 1 million disabled elderly people in today's population। ਜਿਸ ਹਿਸਾਬ ਦੇ ਨਾਲ ਨਾ ਉਹਨਾਂ ਨੇ 1994 ਦੇ ਵਿੱਚ ਕੀਤਾ ਸੀ, ਟਰੈਂਡ ਸ਼ੋ ਕੀਤਾ ਸੀ, ਤਾਂ 14 ਸਾਲਾਂ ਬਾਅਦ ਇਹ ਜੇ ਚੀਜ਼ ਕੰਟੀਨਿਊ ਰਹਿੰਦੀ ਤਾਂ ਰਿਸਰਚ ਨੇ ਕੈਲਕੂਲੇਟ ਕੀਤਾ ਸੀ 1 ਮਿਲੀਅਨ ਡਿਸੇਬਲਡ ਲੋਕ ਹੋਣੇ ਚਾਹੀਦੇ ਸੀ ਅੱਜ ਦੀ ਪਾਪੂਲੇਸ਼ਨ ਦੇ ਵਿੱਚ, 1 ਮਿਲੀਅਨ ਅਪਾਹਜ ਲੋਕ। ਪਰ ਅਕੋਰਡਿੰਗ ਟੂ ਮੈਂਟਨ, ਸਲੋਇੰਗ ਦੀ ਟਰੈਂਡ ਹੈਜ਼ ਸੇਵਡ ਦੀ ਯੂਨਾਈਟਿਡ ਸਟੇਟਸ ਗਵਰਨਮੈਂਟਸ ਮੈਡੀਕੇਅਰ ਸਿਸਟਮ ਮੋਰ ਦੈਨ $200 billion, suggesting that the graying of America's population may prove less of a financial burden than expected। ਉਹਨਾਂ ਨੇ ਅਨੁਮਾਨ ਲਾਇਆ ਸੀ ਕਿ ਇਹਨਾਂ ਦਾ ਜਿਹੜਾ ਪਾਪੂਲੇਸ਼ਨ ਆ, ਅਪਾਹਜ ਲੋਕਾਂ ਦੇ ਜਿਹੜੇ ਬੁੜੇ ਹੋਣਗੇ, ਉਹ ਵੱਧ ਜੂਗੀ। ਪਰ 14 ਸਾਲਾਂ ਦੇ ਬਾਅਦ 14 ਸਾਲਾਂ ਦੇ ਵਿੱਚ ਇਹ ਚੀਜ਼ ਹੋਈ ਨਹੀਂ, ਜਦ ਕਿ ਜਿਹੜਾ ਟਰੈਂਡ ਸੀ ਉਹ ਸਲੋ ਹੋ ਗਿਆ ਸੀ ਇਸ ਪਾਪੂਲੇਸ਼ਨ ਦੇ, ਜਿਹਦੇ ਕਰਕੇ ਯੂਨਾਈਟਿਡ ਸਟੇਟਸ ਦੇ ਗਵਰਨਮੈਂਟ ਦੀ ਮੈਡੀਕੇਅਰ ਸਿਸਟਮ ਨੇ $200 ਬਿਲੀਅਨ ਬਚਾਇਆ। ਨਹੀਂ ਤਾਂ ਜਿਹੜਾ ਇਹਨਾਂ ਹੀ ਲੋਕਾਂ ਦੇ ਉੱਤੇ ਖਰਚ ਕਰਨਾ ਸੀ ਉਹਨਾਂ ਨੇ। ਸੋ ਇੱਥੋਂ ਆ ਜੂਗਾ ਕਿ ਉਹਨਾਂ ਦਾ ਫਾਈਨੈਂਸ਼ੀਅਲ ਬਰਡਨ ਘੱਟ ਗਿਆ ਸੀ, ਪੈਸੇ ਦਾ ਬਰਡਨ ਘੱਟ ਗਿਆ ਸੀ, ਜਿਹੜਾ ਕਿ ਸਰਕਾਰ ਨੂੰ ਇਹਨਾਂ ਲੋਕਾਂ ਇਸ ਜਨਸੰਖਿਆ ਦੇ ਉੱਤੇ ਲਾਉਣਾ ਪੈਣਾ ਸੀ। ਸੋ ਸਰਕਾਰ ਦਾ ਬਰਡਨ ਘੱਟ ਗਿਆ ਸੀ ਬਾਏ 200 ਬਿਲੀਅਨ, ਜਿਹੜਾ ਕਿ ਉਹਨਾਂ ਨੇ ਪਹਿਲਾਂ ਐਕਸਪੈਕਟ ਕੀਤਾ ਸੀ ਕਿ ਲੋਕਾਂ ਦੇ ਉੱਤੇ ਖਰਚਣਾ ਪਊਗਾ ਜੇ ਇਹ ਟਰੈਂਡ ਅਪਾਹਜ ਹੋਣ ਦੇ ਲੋਕਾਂ ਦਾ ਇੱਦਾਂ ਹੀ ਵੱਧਦਾ ਰਹਿੰਦਾ। ਉੱਥੇ ਕੋਸਟ ਦੀ ਗੱਲ ਕੀਤੀ ਸੀ, ਫਾਈਨੈਂਸ਼ੀਅਲ ਬਰਡਨ ਦੀ, ਉਹਦੇ ਨਾਲ ਮਿਲਦਾ ਜੁਲਦਾ ਆਪਣੇ ਕੋਲ ਇਹੀ ਆ, ਕੋਸਟ। ਨੈਕਸਟ ਕੁਐਸਚਨ 23 to 26, ਕੰਪਲੀਟ ਈਚ ਸੈਂਟੈਂਸ ਵਿਦ ਦੀ ਕਰੈਕਟ ਐਂਡਿੰਗ। ਸਭ ਤੋਂ ਪਹਿਲਾਂ 23, ਹੋਮ ਮੈਡੀਕਲ ਏਡਸ। ਇਹਦਾ ਆਨਸਰ ਹੈ ਜੀ, ਅਲਾਓ ਓਲਡ ਪੀਪਲ ਟੂ ਬੀ ਮੋਰ ਇੰਡੀਪੈਂਡੈਂਟ। ਜਿਹੜੀਆਂ ਕਿ ਹੋਮ ਮੈਡੀਕਲ ਏਡਸ ਨੇ, ਏਡਸ ਮਤਲਬ ਹੈਲਪ ਹੁੰਦੀਆਂ ਨੇ ਥੋੜ੍ਹੀਆਂ ਬਹੁਤੀਆਂ, ਘਰ ਦੇ ਵਿੱਚ ਹੀ ਜਿਹੜੀ ਹੈਲਪ ਮਿਲ ਜਾਂਦੀ ਹੈ ਮੈਡੀਕਲ, ਉਹ ਓਲਡ ਲੋਕਾਂ ਨੂੰ ਹੋਰ ਇੰਡੀਪੈਂਡੈਂਟ ਬਣਾਉਂਦੀ ਹੈ, ਕਿਸੇ 'ਤੇ ਨਿਰਭਰ ਨਹੀਂ ਬਣਾਉਂਦੀ। ਅਤੇ ਇਹਦਾ ਆਨਸਰ ਨੈਕਸਟ ਪੈਰਾਗ੍ਰਾਫ ਦੇ ਵਿੱਚ ਹੀ ਆ, The increasing self-reliance of many elderly people is probably linked to a massive increase in the use of simple home medical aids। ਇੱਥੇ ਇਹਨਾਂ ਨੇ ਕਿਹਾ ਕਿ ਜਿਹੜੀ ਐਲਡਰਲੀ ਲੋਕਾਂ ਦੇ ਵਿੱਚ ਜਿਹੜੀ ਸੈਲਫ ਰਿਲਾਇੰਸ ਵੱਧ ਰਹੀ ਆ, ਇਨਕਰੀਜ਼ ਹੋ ਰਹੀ ਆ। ਸੈਲਫ ਰਿਲਾਇੰਸ ਹੀ ਇਹਦੇ ਵਿੱਚ ਇੰਡੀਪੈਂਡੈਂਸੀ ਆ ਕਿ ਉਹ ਕਿਸੇ 'ਤੇ ਨਿਰਭਰ ਨਹੀਂ ਕਰਦੇ। ਇਹ ਉਹਨਾਂ ਨੇ ਲਿੰਕ ਕੀਤੀ ਹੈ ਕਿ ਜਿਹੜਾ ਮੈਸਿਵ ਇਨਕਰੀਜ਼ ਆਇਆ ਹੋਮ ਮੈਡੀਕਲ ਏਡਸ ਦੇ ਯੂਜ਼ ਦੇ ਵਿੱਚ। ਇੱਥੇ ਇਹਨਾਂ ਨੇ ਇੱਕ ਐਗਜ਼ਾਮਪਲ ਵੀ ਦਿੱਤੀ ਹੈ ਸਮਝਣ ਦੇ ਲਈ, ਦੀ ਯੂਜ਼ ਆਫ ਰੇਜ਼ਡ ਟੋਇਲਟ ਸੀਟਸ ਹੈਜ਼ ਮੋਰ ਦੈਨ ਡਬਲਡ ਸਿੰਸ ਦੀ ਸਟਾਰਟ ਆਫ ਸਟੱਡੀ
ਐਂਡ ਦੀ ਯੂਜ਼ ਆਫ ਬਾਥ ਸੀਟਸ ਹੈਵ ਗਰੋਨ ਬਾਏ ਮੋਰ ਦੈਨ 50%। ਜਦੋਂ ਇਹਨਾਂ ਨੇ ਸਟਾਰਟ ਕੀਤੀ ਸੀ ਇਹ ਸਟੱਡੀ, ਅਤੇ ਜਿਹੜੀਆਂ ਟੋਇਲਟਸ ਨੇ ਜਿਹੜੀਆਂ ਜ਼ਮੀਨ ਤੋਂ ਉੱਠੀਆਂ ਹੁੰਦੀਆਂ ਨੇ ਉਹਨਾਂ ਦਾ ਯੂਜ਼ ਵੀ ਡਬਲ ਹੋ ਗਿਆ, ਅਤੇ ਜਿਹੜੇ ਇਹ ਬੁੜੇ ਲੋਕ ਸੀ ਨਹਾਉਣ ਦੇ ਲਈ ਵੀ ਬਾਥ ਸੀਟਸ ਯੂਜ਼ ਕਰਨ ਲੱਗ ਗਏ। These developments also bring some health benefits according to the report ਦੇ ਅਕੋਰਡਿੰਗ ਇਹਨੇ ਬਹੁਤ ਹੈਲਥ ਬੈਨੀਫਿਟ ਲੈ ਕੇ ਆਇਆ। Research group on successful aging, the group found that these elderly people who are able to retain a sense of independence were more likely to stay healthy in old age। ਅਤੇ ਇਹੋ ਜਿਹੀਆਂ ਹੀ ਹੋਮ ਮੈਡੀਕਲ ਏਡਸ ਨੂੰ ਯੂਜ਼ ਕਰਕੇ ਇਹੋ ਜਿਹੇ ਜਿਹੜੇ ਐਲਡਰਲੀ ਪੀਪਲ ਸੀ ਉਹਨਾਂ ਦੇ ਵਿੱਚ ਸੈਂਸ ਆਫ ਇੰਡੀਪੈਂਡੈਂਸ ਸੀ, ਅਤੇ ਇਹ ਜ਼ਿਆਦਾ ਹੈਲਦੀ ਰਹਿੰਦੇ ਸੀ ਓਲਡ ਏਜ ਦੇ ਵਿੱਚ। ਇੱਥੋਂ ਆ ਗਿਆ 23 ਦਾ, ਅਲਾਓ ਓਲਡ ਪੀਪਲ ਟੂ ਬੀ ਮੋਰ ਇੰਡੀਪੈਂਡੈਂਟ, ਕਿ ਉਹਨਾਂ ਨੂੰ ਕਿਸੇ ਸਹਾਰੇ ਦੀ ਲੋੜ ਨਹੀਂ ਸੀ। ਹੁਣ ਬਾਥ ਸੀਟਸ ਨੂੰ ਯੂਜ਼ ਕਰਨਾ, ਜਿਹੜੇ ਟੋਇਲਟ ਸੀ ਉਹ ਜ਼ਮੀਨ ਦੇ ਉੱਤੇ ਉੱਠੇ ਹੋਇਆਂ ਨੂੰ ਯੂਜ਼ ਕਰਨਾ, ਇਹ ਉਹਨਾਂ ਦੀ ਹੈਲਪ ਕਰਦੇ ਸੀ, ਕਿਉਂਕਿ ਉਮਰ ਦੇ ਅਕੋਰਡਿੰਗ ਉਹਨਾਂ ਨੂੰ ਖੜਨਾ ਬੈਠਣ ਦੇ ਵਿੱਚ ਪ੍ਰੋਬਲਮ ਆਉਂਦੀ ਸੀ। ਇਸੇ ਕਰਕੇ ਇਹਨਾਂ ਚੀਜ਼ਾਂ ਨੂੰ ਯੂਜ਼ ਕਰਕੇ ਉਹ ਆਪਦੇ ਆਪ ਦੇ ਵਿੱਚ ਇੰਡੀਪੈਂਡੈਂਟ ਹੋ ਸਕਦੇ ਸੀ, ਕਿ ਉਹਨਾਂ ਨੂੰ ਕੋਈ ਸਹਾਰਾ ਨਹੀਂ ਚਾਹੀਦਾ ਸੀ। ਨੈਕਸਟ 24 ਰੈਗੂਲਰ ਅਮਾਊਂਟਸ ਆਫ ਐਕਸਰਸਾਈਜ਼, ਇਹਦਾ ਆਨਸਰ ਹੈ ਈ। ਮੇ ਹੈਲਪ ਪ੍ਰੀਵੈਂਟ ਮੈਂਟਲ ਡਿਕਲਾਈਨ। ਮੈਂਟਲ ਡਿਕਲਾਈਨ ਹੁੰਦਾ ਮਾਨਸਿਕ ਤੌਰ 'ਤੇ ਗਿਰਾਵਟ, ਉਹ ਕਿਵੇਂ? ਰੈਗੂਲਰ ਅਮਾਊਂਟਸ ਆਫ ਐਕਸਰਸਾਈਜ਼ ਦੇ ਨਾਲ ਕਿਵੇਂ ਪ੍ਰੀਵੈਂਟ ਹੁੰਦਾ। ਨੈਕਸਟ ਪੈਰਾਗ੍ਰਾਫ ਦੇ ਵਿੱਚ ਹੀ ਮੇਨਟੇਨਿੰਗ ਏ ਲੈਵਲ ਆਫ ਡੇਲੀ ਫਿਜ਼ੀਕਲ ਐਕਟੀਵਿਟੀ ਮੇ ਹੈਲਪ ਮੈਂਟਲ ਫੰਕਸ਼ਨਿੰਗ ਸੇਜ਼ ਕਾਰਲ ਕਹਿੰਦਾ ਕਿ ਜੇ ਡੇਲੀ ਫਿਜ਼ੀਕਲ ਐਕਟੀਵਿਟੀ ਰਹਿੰਦੀ ਹੈ ਤਾਂ ਉਹਦੇ ਨਾਲ ਮਾਨਸਿਕ ਫੰਕਸ਼ਨਿੰਗ ਰਹਿੰਦੀ ਹੈ, ਕਿ ਦਿਮਾਗ ਕੰਮ ਕਰਦਾ ਰਹਿੰਦਾ। ਕਿਵੇਂ? ਨਿਊਰੋ ਸਾਇੰਟਿਸਟ ਯੂਨੀਵਰਸਿਟੀ ਆਫ ਕੈਲੀਫੋਰਨੀਆ ਐਟ ਇਰਵਾਈਨ found that rats that exercise on a treadmill have raised level of brain derived neurotropic factor coursing through their brain। ਇੱਥੇ ਉਹਨਾਂ ਨੇ ਇਹ ਲੱਭਿਆ ਸੀ ਕਿ ਜਿਹੜੇ ਚੂਹੇ ਸੀ ਉਹ ਟ੍ਰੈਡਮਿਲ ਦੇ ਉੱਤੇ ਰੇਸ ਕਰਦੇ ਸੀ, ਉਹਨਾਂ ਦੇ ਬ੍ਰੇਨ ਦੇ ਵਿੱਚ ਜਿਹੜੇ ਨਿਊਰੋਟ੍ਰੋਪਿਕ ਫੈਕਟਰ ਸੀ ਉਹਨਾਂ ਦਾ ਲੈਵਲ ਜ਼ਿਆਦਾ ਸੀ। ਕੋਟਮੈਨ ਨੇ ਇਹ ਵੀ ਬਿਲੀਵ ਕੀਤਾ ਦਿਸ ਹਾਰਮੋਨ ਵਿਚ ਕੀਪਸ ਨਿਊਰੋਨ ਫੰਕਸ਼ਨਿੰਗ ਮੇ ਪ੍ਰੀਵੈਂਟ ਦੀ ਬ੍ਰੇਨਸ ਆਫ ਐਕਟਿਵ ਹਿਊਮਨਸ ਫਰੋਮ ਡਿਟਰੇਟਿੰਗ। ਉਹਨੇ ਇਹ ਵੀ ਬਿਲੀਵ ਕੀਤਾ ਕਿ ਆਹ ਜਿਹੜਾ ਹਾਰਮੋਨ ਆ, ਜਿਹੜਾ ਕਿ ਜਿਸ ਦਾ ਲੈਵਲ ਜ਼ਿਆਦਾ ਸੀ, ਇਹ ਨਿਊਰੋਨ ਫੰਕਸ਼ਨਿੰਗ ਨੂੰ ਚਲਾਉਂਦਾ ਰਹਿੰਦਾ, ਅਤੇ ਜੇ ਇਹ ਹਾਰਮੋਨ ਹੁੰਦਾ ਇਹ ਪ੍ਰੀਵੈਂਟ ਕਰਦਾ ਐਕਟਿਵ ਹਿਊਮਨਸ ਦੇ ਬ੍ਰੇਨ ਨੂੰ ਡਿਟਿਓਰੇਟ ਹੋਣ ਤੋਂ ਨਾਲੋਂ। ਡਿਟਿਓਰੇਟ ਹੁੰਦਾ ਖਰਾਬ ਮਤਲਬ ਕਿ ਉਹਦੀ ਜਿਹੜੀ ਫੰਕਸ਼ਨਿੰਗ ਆ ਉਹ ਘਟਣ ਲੱਗ ਜਾਂਦੀ ਆ। ਪਰ ਇਹ ਹਾਰਮੋਨ ਜਿਹੜਾ ਕਿ ਡੇਲੀ ਫਿਜ਼ੀਕਲ ਐਕਟੀਵਿਟੀ ਦੇ ਨਾਲ ਆਉਂਦਾ, ਇਹ ਉਹਦੀ ਫੰਕਸ਼ਨਿੰਗ ਨੂੰ ਚਾਲੂ ਰੱਖਦਾ। ਇੱਥੋਂ ਇਹਦਾ ਆਨਸਰ ਆ ਜਾਊਗਾ ਈ। ਨੈਕਸਟ 25ਵਾਂ ਫੀਲਿੰਗਸ ਆਫ ਕੰਟਰੋਲ ਓਵਰ ਲਾਈਫ, ਇਹਦਾ ਆਨਸਰ ਹੈ ਐਚ। ਕੈਨ ਰਿਡਿਊਸ ਸਟਰੈਸ ਇਨ ਡਿਫੀਕਲਟ ਸਿਚੁਏਸ਼ਨਸ। ਜੇ ਫੀਲਿੰਗ ਹੋਵੇ ਕਿ ਲਾਈਫ ਦੇ ਉੱਤੇ ਕੰਟਰੋਲ ਆ ਤਾਂ ਉਹ ਰਿਡਿਊਸ ਕਰ ਸਕਦਾ ਸਟਰੈਸ ਡਿਫੀਕਲਟ ਸਿਚੁਏਸ਼ਨ ਦੇ ਵਿੱਚ। ਨੈਕਸਟ ਪੈਰਾਗ੍ਰਾਫ ਦੇ ਵਿੱਚ ਐਜ਼ ਪਾਰਟ ਆਫ ਦੀ ਸੇਮ ਸਟੱਡੀ ਲਾਸ ਐਂਜਲਸ ਦੇ ਵਿੱਚ ਫਾਊਂਡ ਏ ਕਨੈਕਸ਼ਨ ਬਿਟਵੀਨ ਸੈਲਫ ਐਸਟੀਮ ਐਂਡ ਸਟਰੈਸ ਇਨ ਪੀਪਲ ਓਵਰ 70। ਇਹਨਾਂ ਨੇ ਕਨੈਕਸ਼ਨ ਫਾਊਂਡ ਕੀਤਾ ਕਿ ਲੋਕਾਂ ਦੇ ਸੈਲਫ ਐਸਟੀਮ ਦੇ ਵਿੱਚ, ਕੌਨਫੀਡੈਂਸ ਦੇ ਵਿੱਚ ਅਤੇ ਸਟਰੈਸ ਦੇ ਵਿੱਚ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਵਿੱਚ ਕੋਈ ਕਨੈਕਸ਼ਨ ਆ। ਉਹ ਕਿਵੇਂ? ਇਨ ਏ ਲੈਬੋਰਟਰੀ ਸਟੀਮੂਲੇਸ਼ਨ ਆਫ ਚੈਲੰਜਿੰਗ ਐਕਟੀਵਿਟੀ ਸੱਚ ਐਜ਼ ਡਰਾਈਵਿੰਗ, ਦੋਜ਼ ਹੂ ਫੈਲਟ ਇਨ ਕੰਟਰੋਲ ਆਫ ਦੇਅਰ ਲਾਈਫ ਪੰਪਡ ਆਊਟ ਲੋਅਰ ਲੈਵਲਸ ਆਫ ਸਟਰੈਸ ਹਾਰਮੋਨ ਸੱਚ ਐਜ਼ ਕੋਰਟੀਸੋਲ। ਲੈਬੋਰਟਰੀ ਦੇ ਵਿੱਚ ਨਾ ਇਹਨਾਂ ਨੇ ਬੁੜੇ ਲੋਕਾਂ ਦੇ ਉੱਤੇ ਥੋੜ੍ਹੇ ਜਿਹੇ ਐਕਸਪੈਰੀਮੈਂਟ ਕੀਤੇ। ਐਕਸਪੈਰੀਮੈਂਟ ਕਿਵੇਂ? ਕਿ ਉਹਨਾਂ ਤੋਂ ਕੋਈ ਚੀਜ਼ ਕਰਾਈ। ਇੱਥੇ ਇਹਨਾਂ ਬੁੜੇ ਲੋਕਾਂ ਤੋਂ ਡਰਾਈਵਿੰਗ ਕਰਵਾਈ ਆ, ਚੈਲੰਜਿੰਗ ਐਕਟੀਵਿਟੀਜ਼ ਦਿੱਤੀਆਂ ਨੇ, ਜਿਵੇਂ ਕਿ ਇੱਕ ਡਰਾਈਵਿੰਗ ਚੈਲੰਜ ਦਿੱਤਾ ਕਿ ਤੁਸੀਂ ਇਸ ਚੀਜ਼ ਨੂੰ, ਇਸ ਗੱਡੀ ਨੂੰ ਜਾਂ ਕਿਸੇ ਨੂੰ ਵੀ ਚਲਾ ਕੇ ਦਿਖਾਓ। ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਸਾਡਾ ਲਾਈਫ ਦੇ ਉੱਤੇ ਕੰਟਰੋਲ ਹੈਗਾ, ਉਹਨਾਂ ਡਰਾਈਵ ਕਰਨ ਦੌਰਾਨ ਲੈਬੋਰਟਰੀ ਦੇ ਵਿੱਚ ਇਸ ਡਰਾਈਵਿੰਗ ਐਕਟੀਵਿਟੀ ਦੇ ਦੌਰਾਨ ਉਹਨਾਂ ਲੋਕਾਂ ਨੂੰ ਸਟਰੈਸ ਹਾਰਮੋਨ ਘੱਟ ਰਿਲੀਜ਼ ਹੋਏ ਨੇ, ਜਿਹਨੂੰ ਆਪਾਂ ਕੋਰਟੀਸੋਲ ਕਹਿੰਦੇ ਹਾਂ। ਇਹ ਉਹਨਾਂ ਲੋਕਾਂ ਨੂੰ ਹੀ ਘੱਟ ਹੋਏ ਨੇ ਸਟਰੈਸ ਹਾਰਮੋਨਸ ਰਿਲੀਜ਼ ਜਿਨ੍ਹਾਂ ਨੂੰ ਲੱਗਦਾ ਸੀ ਕਿ ਸਾਡੀ ਲਾਈਫ ਦੇ ਉੱਤੇ ਕੰਟਰੋਲ ਆ। ਸੋ ਇੱਥੇ ਆਪਾਂ ਇਹ ਸਮਝ ਸਕਦੇ ਹਾਂ ਕਿ ਜੇ ਆਪਣੇ ਕੋਲ
ਇਹ ਫੀਲਿੰਗ ਹੋਵੇ ਕਿ ਸਾਡਾ ਲਾਈਫ ਦੇ ਉੱਤੇ ਕੰਟਰੋਲ ਆ, ਤਾਂ ਆਪਾਂ ਡਿਫੀਕਲਟ ਸਿਚੁਏਸ਼ਨ ਦੇ ਵਿੱਚ ਘੱਟ ਸਟ੍ਰੈਸ ਹੋਵਾਂਗੇ। ਨੈਕਸਟ ਹੈਗਾ 26 ਫੀਲਿੰਗ ਆਫ ਲੋਨਲੀਨੈਸ। ਨੈਕਸਟ ਪੈਰਾਗ੍ਰਾਫ ਦੇ ਵਿੱਚ ਬਟ ਇੰਡੀਪੈਂਡੈਂਸ ਕੈਨ ਹੈਵ ਡਰਾਬੈਕਸ। ਇੰਡੀਪੈਂਡੈਂਸ ਦੇ ਵੀ ਕੁਝ ਡਰਾਬੈਕ, ਕਮੀਆਂ ਹੁੰਦੀਆਂ ਨੇ, ਖਾਮੀਆਂ ਹੁੰਦੀਆਂ ਨੇ। ਸੀਮੈਨ ਫਾਊਂਡ ਦੈਟ ਐਲਡਰਲੀ ਪੀਪਲ ਹੂ ਫੈਲਟ ਇਮੋਸ਼ਨਲੀ ਆਈਸੋਲੇਟਡ ਇਕੱਲਾ ਹੋਣਾ, ਉੱਥੇ ਲੋਨਲੀਨੈਸ ਆ। ਇਮੋਸ਼ਨਲੀ ਇੱਕ ਹੁੰਦਾ ਫਿਜ਼ੀਕਲੀ, ਇੱਕ ਹੁੰਦਾ ਇਮੋਸ਼ਨਲੀ। ਜਿਹੜੇ ਲੋਕ ਆਪਦੇ ਆਪ ਨੂੰ ਇਮੋਸ਼ਨਲੀ ਆਈਸੋਲੇਟਡ ਫੀਲ ਕਰਦੇ ਨੇ, ਇਹਨਾਂ ਨੇ ਮੇਨਟੇਨ ਕਰਕੇ ਰੱਖਿਆ ਹਾਇਰ ਲੈਵਲ ਆਫ ਸਟ੍ਰੈਸ ਹਾਰਮੋਨਸ ਈਵਨ ਵੈਨ ਐਸਲੀਪ। ਜਦੋਂ ਇਹ ਲੋਕ ਸੁੱਤੇ ਪਏ ਸੀ ਉਦੋਂ ਵੀ ਇਹਨਾਂ ਦੀ ਬੋਡੀ ਦੇ ਵਿੱਚ ਜਿਹੜੇ ਸਟ੍ਰੈਸ ਹਾਰਮੋਨ ਸੀ ਉਹ ਜ਼ਿਆਦਾ ਸੀ ਲੈਵਲ ਉਹਨਾਂ ਦਾ। ਸੋ ਇੱਥੋਂ ਇਹਦਾ ਆਨਸਰ ਆ, ਜੇ ਫੀਲਿੰਗ ਹੋਵੇ ਲੋਨਲੀਨੈਸ ਦੀ ਤਾਂ ਇਹ ਕੌਜ਼ ਕਰ ਸਕਦੀ ਆ ਹਾਇਰ ਲੈਵਲ ਆਫ ਸਟ੍ਰੈਸ ਹਾਰਮੋਨਸ। ਇੱਥੇ ਸੀਮਨ ਨੇ ਫਾਊਂਡ ਕੀਤਾ ਸੀ।